ਵਾਹਿਗੁਰੂ 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 ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ। ਡੀਹਰ ਨਿਆਈ ਮੋਹਿ ਫਾਕਿਓ ਰੇ, ਗਰਭ ਗਹਿਲੜੋ ਮੂੜੜੋ ਹੀਓ ਰੇ, ਹੀਓ ਮਹਾਰਾਜ ਰੀ ਮਾਇਓ। ਡੀਹਰ ਨਿਆਈ ਮੋਹਿ ਫਾਕਿਓ ਰੇ, ਰਹਾਉ ਘਣੋ 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 ਸਦ ਲੋੜਾ, ਬਿਨ ਲਹਿਣੇ ਕਾਠਾ ਪਾਇਓ ਰੇ। ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ, ਨਿਹ ਭਾਗੜੂ ਭਾਹੇ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪਾਉੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ, ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਪ੍ਰਾਪਤ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋ ਬੈਠੇ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਣਾ ਕੀਤੇ ਹਨ,
ਉਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਵੀ ਸਤਿਗੁਰਾਂ ਨੇ ਕੀਤੀ ਹੈ। ਅਸਥਾਨਾਂ ਦੀ ਨਿਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ੍ਰੀ ਮੁਖ ਵਾਕ ਸਾਹਿਬ ਦੀ ਕਥਾ ਵਿਚਾਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਆਪਾਂ ਸ਼ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਟੋਡੀ ਰਾਗ ਦੇ ਅੰਦਰ ਪੰਜਵੇਂ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਰਸੀਏ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਸ੍ਰੀ ਮੁਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 715 ਅੰਗ ਦੇ ਉੱਪਰ ਸੁਭਾਏਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਗਰਭ ਗਹਿਲੜੋ ਮੂੜੜੋ ਹਿਓ ਰੇ। ਸਤਿਗੁਰੂ ਪਾਤਸ਼ਾਹ ਨੇ ਇਸ ਪਾਵਨ ਗੁਰਬਾਣੀ ਦੀ ਪੰਕਤੀ ਦੇ ਅੰਦਰ ਜੀਵ ਨੂੰ ਬਹੁਤ ਹੀ ਪਿਆਰ ਦੇ ਨਾਲ ਸਿੱਖਿਆ ਦੇਣਾ ਕੀਤੀ ਹੈ ਕਿ ਗਰਭ ਗਹਿਲੜੋ ਮੂੜੜੋ ਹਿਓ ਰੇ। ਰੇ ਦਾ ਅਰਥ ਹੈ ਹੇ ਭਾਈ, ਇਹ ਜਿਹੜਾ ਮੂੜੜੋ ਮੂਰਖ ਜੀਵ ਹੈ, ਜਿਹੜਾ ਆਪਣੇ ਮੂੰਹ ਦੀ ਗੱਲ ਨੂੰ ਅੱਗੇ ਰੱਖੇ ਉਹਨੂੰ ਮੂਰਖ ਕਹਿੰਦੇ ਨੇ। ਦੂਸਰੇ ਦੀ ਸੁਣੇ ਨਾ, ਆਪਣੇ ਮੂੰਹ ਦੀਆਂ ਅੱਗੇ ਰੱਖੀ ਜਾਵੇ ਤੇ ਬੰਦਾ ਕਹਿੰਦਾ ਇਹ ਮੂਰਖ ਹੈ, ਐਵੇਂ ਝੱਖਾਂ ਮਾਰੀ ਜਾਂਦਾ। ਮਨੁੱਖ ਦੀ ਵੀ ਸੱਚਮੁੱਚ ਅੱਜ ਇਹੀ ਹਾਲਤ ਹੈ। ਇਹ ਕਿਸੇ ਦੇ ਬੋਲਾਂ ਨੂੰ, ਭਾਵ ਭਗਤੀ ਵਾਲੇ ਕਿਸੇ ਗੁਰੂ ਪਿਆਰੇ ਦੇ ਬਚਨਾਂ ਨੂੰ ਸੁਣਨ ਤੱਕ ਵੀ ਰਾਜੀ ਨਹੀਂ ਹੈ। ਇੰਨਾ ਹੰਕਾਰ ਮਨੁੱਖ ਦੇ ਅੰਦਰ ਵੀ ਜੋ ਕੁਝ ਜਾਣਦਾ ਮੈਂ ਹੀ ਜਾਣਦਾ ਹਾਂ, ਮੇਰੇ ਕੋਲ ਸਾਰਾ ਗਿਆਨ ਹੈ, ਮੇਰੇ ਕੋਲ ਧਿਆਨ ਦੀ ਵਿਚਾਰ ਹੈ, ਮੇਰੇ ਕੋਲ ਬ੍ਰਹਮ ਸਰੂਪ ਦੀ ਵਿਚਾਰ ਹੈ। ਆਓ ਤੁਹਾਨੂੰ ਬ੍ਰਹਮ ਗਿਆਨੀ ਬਣਾ ਦੇਵਾਂ, ਆਓ ਤੁਹਾਡੀ ਟੁੱਟੀ ਸੁਰਤ ਮੈਂ ਜੋੜ ਦਿਆਂ, ਆਓ ਤੁਹਾਨੂੰ ਮੈਂ ਗੁਰੂ ਦਾ ਗਿਆਨ ਸਮਝਾ ਦਿਆਂ। ਐਸਾ ਜਿਹੜਾ ਹੰਕਾਰ ਹੈ ਜੀਵ ਦੇ ਅੰਦਰ, ਸਤਿਗੁਰੂ ਕਹਿੰਦੇ ਮੂੜੜੋ ਜਿਹੜਾ ਮੂਰਖ ਜੀਵ ਹੈ, ਉਸ ਦੇ ਹੀਓ ਹਿਰਦੇ ਨੂੰ ਗਰਭ ਹੰਕਾਰ ਨੇ ਗਹਿਲੜੋ ਦਾ ਅਰਥ ਗਰਸਿਆ ਹੋਇਆ ਪਕੜਿਆ ਹੋਇਆ ਹੈ। ਇੱਕ ਖਿਨ ਵੀ ਹੰਕਾਰ ਤੋਂ ਜੀਵ ਰਹਿਤ ਨਹੀਂ ਹੁੰਦਾ। ਜੋ ਕਰਮ ਕਰਦਾ ਹੰਕਾਰ ਵਿੱਚ ਹੀ ਕਰਦਾ ਹੈ। ਕਹਿੰਦਾ ਜੇ ਮੈਂ ਨਾ ਹੁੰਦਾ ਤੇ ਆ ਕਰਮ ਹੋਣਾ ਹੀ ਨਹੀਂ ਸੀ, ਇਹ ਮੇਰੇ ਕਰਕੇ ਹੋਇਆ। ਜਨਮ ਤੋਂ ਲੈ ਕੇ ਅੰਤਲੇ ਸਵਾਸਾਂ ਤੱਕ ਬੰਦਾ ਹੰਕਾਰ ਦੇ ਕਰਮ ਕਰੀ ਜਾਂਦਾ। ਮੌਤ ਵੀ ਸਾਹਮਣੇ ਦਿਸਦੀ, ਕਬਰ ਦਿਸਦੀ ਹੈ ਸਾਹਮਣੇ, ਸਰੀਰ ਤਿਆਗ ਕੇ ਚਲੇ ਜਾਣਾ ਸੰਸਾਰ ਨੂੰ ਛੱਡ ਕਰਕੇ। ਫਿਰ ਬੱਚਿਆਂ ਨੂੰ ਕਹਿੰਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਦੇਖਿਓ, ਤੁਹਾਨੂੰ ਪਤਾ ਲੱਗੂ ਕਿਵੇਂ ਕੰਮ ਕਰੀਦੇ ਨੇ। ਤੁਸੀਂ ਤੇ ਮੇਰੇ ਕਰਕੇ ਪਾਲਣਾ ਕੀਤੇ ਹੋ। ਇਸ ਤਰ੍ਹਾਂ ਇਹ ਵੀ ਹੰਕਾਰ ਵਿੱਚ ਹੈ। ਕਈ ਵਾਰੀ ਮਨੁੱਖ ਦੇ ਚਲੇ ਜਾਣ ਤੋਂ ਬਾਅਦ ਬੱਚੇ ਬੜੇ ਸੁਖਦਾਈ ਹੋ ਜਾਂਦੇ। ਖੇਡਾਂ ਸਾਰੀਆਂ ਕਰਮਾਂ ਦੀਆਂ ਨੇ। ਹਰ ਕੋਈ ਬੰਦਾ ਕਰਮਾਂ ਨਾਲ ਸੁਖੀ ਹੈ, ਕਰਮਾਂ ਨਾਲ ਦੁਖੀ ਹੈ। ਕਰਮਾਂ ਕਰਕੇ ਹੱਸਦਾ ਤੇ ਕਰਮਾਂ ਕਰਕੇ ਰੋਂਦਾ ਪਿਆ ਹੈ। ਅੰਦਰ ਜਿਹੜਾ ਹੰਕਾਰ ਜੀਵ ਦੇ ਵੜਿਆ ਹੋਇਆ, ਸਤਿਗੁਰੂ ਕਹਿੰਦੇ ਮੂੜੜੋ ਮੂਰਖ ਬੰਦੇ ਦੇ ਹੀਓ ਹਿਰਦੇ ਨੂੰ ਹੇ ਭਾਈ ਗਰਭ ਹੰਕਾਰ ਨੇ ਗਹਿਲੜੋ ਪਕੜਿਆ ਹੋਇਆ, ਗਰਸਿਆ ਹੋਇਆ ਹੈ। ਹੀਓ
ਮਹਾਰਾਜ ਰੀ ਮਾਇਓ। ਐਸੀ ਜਿਹੜੀ ਮਹਾਰਾਜ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ, ਰੀ ਦਾ ਅਰਥ ਹੈ ਦੀ, ਪਰਮਾਤਮਾ ਪਰਮੇਸ਼ਰ ਮਹਾਰਾਜ ਸਾਹਿਬ ਦੀ ਜਿਹੜੀ ਮਾਇਓ ਕਹੀਏ ਮਾਇਆ ਹੈ, ਇਸ ਨੇ ਜੀਵ ਦਾ ਹਿਓ ਹਿਰਦਾ ਪਕੜ ਲਿਆ। ਮਾਇਆ ਚਾਹੇ ਜੜ ਹੋਵੇ ਚਾਹੇ ਚੇਤਨ ਹੋਵੇ, ਦੋ ਤਰ੍ਹਾਂ ਦੀ ਮਾਇਆ ਜੀਵ ਦੇ ਹਿਰਦੇ ਨੂੰ ਚਿੰਬੜੀ ਪਈ ਹੈ। ਇਸ ਦਾ ਜਿਹੜਾ ਹਿਰਦਾ ਜੀਵ ਦਾ, ਮਾਇਆ ਨੇ ਸਾਧ ਸੰਗਤ ਜੀ ਗ੍ਰਸਿਆ ਪਕੜਿਆ ਪਿਆ ਹੈ। ਡੀਹਰ ਨਿਆਈ ਮੋਹਿ ਫਾਕਿਓ ਰੇ। ਡੀਹਰ ਦਾ ਅਰਥ ਹੁੰਦਾ ਜਿਵੇਂ ਡੈਣਾ ਹੋਇਆ ਕਰਦੀਆਂ, ਉਹ ਬੱਚਿਆਂ ਦੇ ਕਲੇਜੇ ਨੂੰ ਕੱਢ ਕੇ ਖਾ ਜਾਂਦੀਆਂ। ਤੇ ਇਧਰ ਜਿਹੜੀ ਇਹ ਮਾਇਆ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ, ਇਹ ਜੀਵਾਂ ਨੂੰ ਡੀਹਰ ਨਿਆਈ, ਡੈਣ ਦੀ ਨਿਆਈ, ਡੈਣ ਦੇ ਵਾਂਗ ਆ ਕਰਕੇ ਲੱਗੀ ਪਈ ਹੈ। ਮਾਇਆ ਦਾ ਮੋਹ ਜਿਹੜਾ ਫਿਰ ਮੋਹ ਹੈ, ਚਾਹੇ ਬੱਚਾ ਹੈ ਉਹ ਵੀ ਮਾਇਆ ਦਾ ਮੋਹ ਕਰਦਾ। ਨੌਜਵਾਨਾਂ ਦੇ ਜੀਵਨ ਵੇਖੀਏ ਮਾਇਆ ਵਿੱਚ ਗ੍ਰਸੇ ਪਏ, ਬਜ਼ੁਰਗਾਂ ਨੂੰ ਵੇਖ ਲਓ ਤੇ ਉਹ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ, ਉਹਨਾਂ ਦਾ ਚਿੱਤ ਹੋਰ ਮਾਇਆ ਵਿੱਚ ਗ੍ਰਸਿਆ ਰਹਿੰਦਾ ਹੈ। ਇਹ ਜਿਹੜੀ ਡੈਣ ਦੀ ਨਿਆਈ ਮਾਇਆ ਹੈ, ਇਹ ਜੀਵ ਨੂੰ ਇਸ ਪ੍ਰਕਾਰ ਆ ਕਰਕੇ ਚਿੰਬੜ ਗਈ ਹੈ। ਮੋਹੇ ਫਾਕਿਓ ਰੇ, ਐਸਾ ਮੋਹ ਪਾ ਲਿਆ ਜੀਵ ਦੇ ਉੱਪਰ, ਇਹਦੇ ਹਿਰਦੇ ਨੂੰ ਫਾਕਿਓ, ਫੱਕਾ ਮਾਰ ਕੇ ਖਾ ਰਹੀ ਹੈ। ਜਿਵੇਂ ਫੱਕਾ ਮਾਰ ਕੇ ਕੋਈ ਚੀਜ਼ ਛਕ ਲਈ ਦੀ, ਖਾ ਲਈ ਦੀ, ਸਿੱਧੀ ਪੇਟ ਵਿੱਚ ਚਲੀ ਜਾਂਦੀ, ਇਉਂ ਮਾਇਆ ਵੀ ਇਸ ਜੀਵ ਦੇ ਹਿਰਦੇ ਨੂੰ ਪਕੜੀ ਬੈਠੀ ਹੈ। ਤੇ ਫੱਕਾ ਮਾਰਨ ਦੀ ਨਿਆਈ ਇਸ ਦੇ ਹਿਰਦੇ ਨੂੰ ਸਾਧ ਸੰਗਤ ਜੀ ਫਾਕਿਓ ਕਹੀਏ ਖਾਣਾ ਕਰਦੀ ਹੈ, ਇਸ ਨੂੰ ਗ੍ਰਸੀ ਜਾਂਦੀ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਘਣੋ 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 ਸਦ ਲੋੜਾ। ਜੀਵ ਦੀ ਐਸੀ ਹਾਲਤ ਹੈ ਇਸ ਮੂਰਖ ਬੇਸਮਝ ਅਗਿਆਨੀ ਮਨੁੱਖ ਦੀ, ਕਿ ਕਦੇ ਤਾਂ ਇਹ ਦੁਨੀਆ ਦੇ ਵਿੱਚ ਘਣੋਂ ਬਹੁਤ ਸਾਰੇ ਜਿਹੜੇ ਸੁੱਖ ਹਨ ਸਦਾ ਵਾਸਤੇ ਉਹ ਲੋੜਾ ਚਾਹੁੰਦਾ ਹੈ। ਕਦੇ ਸਾਧ ਸੰਗਤ ਜੀ ਐਸੇ ਜਿਹੜੇ ਘਣੋਂ ਬਹੁਤੇ ਹੀ ਪਦਾਰਥ ਨੇ ਉਹ ਚਾਹੁੰਦਾ ਵੀ ਮੈਨੂੰ ਬੜੇ ਪਦਾਰਥ ਮਿਲਣ। ਤੇ ਕਦੇ ਬੰਦਾ ਘਣੋਂ ਬਹੁਤ ਲੰਬੀ ਆਪਣੀ ਉਮਰਾਂ ਨੂੰ ਚਾਹੁੰਦਾ ਵੀ ਲੰਬੀ ਉਮਰ ਮੈਂ ਸੁੱਖ ਭੋਗਣੇ ਕਰਾਂ। ਕਦੇ ਉਮਰਾਂ ਮੰਗਦਾ ਹੈ, ਕਦੇ ਸੁੱਖ ਮੰਗਦਾ ਹੈ ਜ਼ਿੰਦਗੀ ਦੇ, ਕਦੇ ਪਦਾਰਥ ਆਪਣੇ ਬਾਤਾ ਜਿਹੜੇ ਨੇ ਇਸ ਪ੍ਰਕਾਰ ਵਰਤ ਵਰਤਾਵੇ ਵਾਸਤੇ ਉਹ ਮੰਗਦਾ ਪਿਆ। ਇਸੇ ਤਰ੍ਹਾਂ ਦੂਜਾ ਅਰਥ ਹੈ ਘਣੋ 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 ਸਦ ਲੋੜ ਹੈ। ਜਿਹੜੀ ਬਾਲਕ ਅਵਸਥਾ ਸੀ ਮਨੁੱਖ ਦੀ ਬੰਦਗੀ ਕਰਨ ਵਾਲੀ, ਜਿਸ ਵਿੱਚ ਵਿਕਾਰ ਨਹੀਂ ਫੁਰਦੇ, ਉੱਥੇ ਵੀ ਇਹਨੇ ਬਹੁਤ ਸਾਰੇ ਪਦਾਰਥ ਖਿਡੌਣਿਆਂ ਵਰਗੀਆਂ ਵਸਤੂਆਂ ਉਹਨਾਂ ਨੂੰ ਲੋੜੇ ਲੋਚਦਾ ਰਿਹਾ। ਆ ਮਿਲ ਜਾਵੇ ਖੇਡਣ ਵਾਸਤੇ, ਆ ਖਾਣ ਪੀਣ ਵਾਸਤੇ ਮਿਲ ਜਾਵੇ, ਉਹ ਬਾਲਕ ਪੁਣਾ ਵੀ ਇਹਨਾਂ ਵਿੱਚ ਹੀ ਲੰਘ ਗਿਆ। ਫਿਰ ਜਵਾਨੀ ਆਈ, ਜਵਾਨੀ ਦੇ ਵਿੱਚ ਵੀ ਘਣੋਂ ਬਹੁਤ ਸਾਰੇ ਵਿਕਾਰਾਂ ਦੀ ਪੂਰਤੀ ਵਾਸਤੇ ਮਾਇਆ ਪਦਾਰਥਾਂ ਨੂੰ ਲੋਚਦਾ ਰਿਹਾ, ਜਵਾਨੀ ਵੀ ਗਰਕ ਹੋ ਗਈ। ਫਿਰ ਬੁਢੇਪਾ ਆ ਗਿਆ ਸਾਧ ਸੰਗਤ ਜੀ, ਬੁਢੇਪੇ ਦੇ ਵਿੱਚ ਵੀ ਫਿਰ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਪਦਾਰਥਾਂ ਨੂੰ ਮਨੁੱਖ ਇਹ ਲੋੜਾ ਲੋਚਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਨਾਲ ਤਿੰਨੇ ਜਿਹੜੀਆਂ ਅਵਸਥਾਵਾਂ ਸਰੀਰ ਤੇ ਆਉਂਦੀਆਂ, ਬਾਲ, ਜਵਾਨੀ ਔਰ ਬਿਰਧ ਫੁਨ, ਤੀਨ ਅਵਸਥਾ ਜਾਨ, ਤਿੰਨਾਂ ਦੇ ਵਿੱਚ ਹੀ ਬਹੁਤ ਸਾਰੇ ਪਦਾਰਥਾਂ ਦੀ ਇਸ ਨੇ ਲੋਚਾ ਕੀਤੀ, ਚਾਹੁੰਦਾ ਰਿਹਾ। ਬਿਨ ਲਹਿਣੇ ਕਾਠਾ ਪਾਇਓ ਰੇ। ਜਿਤਨੀ ਦੇਰ ਬਿਨ ਲਹਿਣੇ ਦਾ ਅਰਥ ਹੈ ਜਿਹੜੀ ਪ੍ਰਾਪਤੀ ਕਰਵਾਉਣ ਵਾਲੇ ਕਰਮ ਹਨ, ਤੇ ਉਹਨਾਂ ਕਰਮਾਂ ਤੋਂ ਬਿਨਾਂ ਹੈ ਬੰਦਾ। ਕੈਠੈ ਪਾਇਓ ਰੇ, ਰੇ ਹੈ ਭਾਈ, ਕੈਠੈ ਪਾਇਓ ਦਾ ਅਰਥ ਕਿਵੇਂ ਪਾ ਸਕਦਾ, ਨਹੀਂ ਕੁਝ ਮਿਲਦਾ। ਕਰਮਾਂ ਨਾਲ ਹੀ ਵਸਤੂਆਂ ਮਿਲਦੀਆਂ ਨੇ। ਲੱਖਾਂ ਯਤਨ ਬੰਦਾ ਕਰੇ, ਕਰਮਾਂ ਤੋਂ ਉੱਚੀਆਂ ਉੱਠ ਕਰਕੇ ਦਾਤਾਂ ਕੁਝ ਐਸੀਆਂ ਪਦਾਰਥ ਬਖਸ਼ਿਸ਼ਾਂ ਬੰਦਾ ਲੈ ਲਵੇ, ਉਹ ਦੁੱਖ ਵੀ ਦਿੰਦੀਆਂ ਨੇ। ਜਿਹੜੇ ਪਦਾਰਥ, ਜਿਹੜੀਆਂ ਦਾਤਾਂ ਕਰਮਾਂ ਨਾਲ ਆ ਕੇ ਮਿਲਦੀਆਂ, ਉਹ ਕਦਾਚਿਤ ਬੰਦੇ ਨੂੰ ਦੁੱਖ ਨਹੀਂ ਦਿੰਦੀਆਂ।
ਇਸੇ ਲਈ ਦੁਨੀਆ ਅੱਜ ਦੁਖੀ ਹੈ। ਜੋ ਕੁਝ ਪਰਮਾਤਮਾ ਨੇ ਕਰਮਾਂ ਵਿੱਚ ਦਿੱਤਾ, ਪਰਮਾਤਮਾ ਤੇ ਭਰੋਸਾ ਨਹੀਂ, ਕਰਮਾਂ ਤੇ ਵਿਸ਼ਵਾਸ ਨਹੀਂ ਬੰਦੇ ਨੂੰ। ਕਰਮਾਂ ਤੋਂ ਉੱਚਾ ਉੱਠ ਕੇ ਲੱਖਾਂ ਤਰ੍ਹਾਂ ਦੇ ਯਤਨ ਕਰਦਾ ਤੇ ਫਿਰ ਸਾਧ ਸੰਗਤ ਜੀ ਦੁੱਖਾਂ ਦੀਆਂ ਪੰਡਾਂ ਸਹੇੜ ਲੈਂਦਾ ਹੈ। ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਬਹੁਤ ਸਾਰੇ ਪਦਾਰਥਾਂ ਨੂੰ ਤਿੰਨੇ ਹੀ ਅਵਸਥਾਵਾਂ ਦੇ ਵਿੱਚ ਲੋਚਦਾ ਰਿਹਾ, ਚਾਹੁੰਦਾ ਰਿਹਾ, ਪਰੰਤੂ ਬਿਨਾਂ ਦੇਣ ਵਾਲੇ ਕਰਮਾਂ ਤੋਂ ਕੁਝ ਨਹੀਂ ਪ੍ਰਾਪਤ ਹੁੰਦਾ। ਕਿਵੇਂ ਪਾ ਲਵੇਗਾ? ਨਹੀਂ ਮਿਲੇਗਾ। ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ। ਐਸੀ ਜਿਹੜੀ ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਗਾਥ ਤੈਨੂੰ ਪਦਾਰਥ ਦੀ ਦਾਤ ਦਿੱਤੀ ਹੈ। ਪਦਾਰਥ ਉਹਦੇ ਵਿੱਚ ਸਰੀਰ ਵੀ ਸਾਡਾ ਪਰਮਾਤਮਾ ਦੀ ਦਾਤ ਦਿੱਤਾ ਹੋਇਆ। ਜਿਸ ਪਰਮਾਤਮਾ ਵਾਹਿਗੁਰੂ ਨੇ ਗਾਥ ਤੈਨੂੰ ਪਦਾਰਥ ਦਿੱਤੇ ਨੇ ਵਰਤ ਵਰਤਾਵੇ ਵਾਸਤੇ, ਖਾਣ ਪੀਣ ਤੇ ਭੋਗਣ ਦੇ ਵਾਸਤੇ 36 ਪ੍ਰਕਾਰ ਦੇ ਪਦਾਰਥ ਪਰਮਾਤਮਾ ਦੀਆਂ ਦਾਤਾਂ ਨੇ। ਉਹ ਜਿਹੜੇ ਦਿੱਤੇ ਹੋਏ ਗਾਥ ਕਹੀਏ ਪਦਾਰਥ ਨੇ, ਵਾਹੂ ਸਿਉ ਲੁਬੜਿਓ। ਬਾਹੂ ਦਾ ਅਰਥ ਉਸ ਦੇ ਨਾਲ ਲੁਬੜਿਓ, ਲੁਭਾਏ ਮਾਨ ਹੋ ਗਿਆ। ਜਿਹਨੇ ਪਦਾਰਥ ਦਿੱਤੇ ਨੇ ਉਹਨੂੰ ਵਿਸਾਰ ਦਿੱਤਾ। ਦਾਤ ਪਿਆਰੀ ਬਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਕੀਤੇ ਕੋ ਮੇਰੇ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਜਿਸ ਪਰਮਾਤਮਾ ਵਾਹਿਗੁਰੂ ਨੇ ਸਾਰਾ ਕੁਝ ਕੀਤਾ ਦਿੱਤਾ ਹੈ, ਉਹਨੂੰ ਤੇ ਤ੍ਰਿਣ ਕੱਖਾਂ ਦੇ ਡੱਕੇ ਵਾਂਗ ਨਿਕੰਮਾ ਸਮਝੀ ਜਾਂਦਾ ਤੇ ਦਿੱਤੀਆਂ ਦਾਤਾਂ ਨੂੰ ਸਮੇਰ ਪਰਬਤ ਵਰਗੀਆਂ ਸਮਝੀ ਬੈਠਾ ਹੈ। ਜੇ ਇਹ ਮਨੁੱਖ ਮੂਰਖ ਨਹੀਂ ਤੇ ਹੋਰ ਕੀ ਹੈ। ਗਰੀਬ ਨਵਾਜ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਪਏ ਨੇ, ਜਿਹੜੀਆਂ ਦਾਤਾਂ ਜਿਹੜੇ ਪਦਾਰਥ ਪਰਮਾਤਮਾ ਨੇ ਚਾਹੇ ਸਰੀਰ ਹੀ ਦਿੱਤਾ ਤਾਂ ਸਰੀਰ ਦੇ ਵਿੱਚ ਹੀ ਲੁਬੜਿਓ ਲੁਭਾਏ ਮਾਨ ਹੋ ਗਿਆ। ਬੜਾ ਸੁੰਦਰ ਸਰੀਰ ਹੈ, ਬੜਾ ਸਡੌਲ ਹੈ, ਬੜੀ ਤਾਕਤ ਹੈ, ਬੜਾ ਜਸਮਾਨੀ ਇਹਦੇ ਅੰਦਰ ਬਲ ਹੈ। ਮੇਰੇ ਸਰੀਰ ਅੰਦਰ ਸਰੀਰ ਤੱਕ ਹੀ ਸੀਮਤ ਰਹਿ ਗਿਆ। ਪਰਮਾਤਮਾ ਦੇਣ ਵਾਲੇ ਨੂੰ ਮੂਰਖ ਬੰਦੇ ਨੇ ਭੁਲਾ ਦਿੱਤਾ ਹੈ। ਇਹ ਭਾਗੜੋ ਭਾਹੇ ਸੰਜੋਇਓ ਰੇ। ਇਸ ਲਈ ਨੇਹ ਭਾਗੜੋ, ਚੰਗੇ ਕਰਮਾਂ ਤੋਂ ਹੀਣਾ ਜਿਹੜਾ ਮਾੜੇ ਕਰਮਾਂ ਵਾਲਾ ਬੰਦਾ ਹੈ, ਜਦੋਂ ਪਰਮਾਤਮਾ ਤੋਂ ਟੁੱਟ ਗਿਆ ਫਿਰ ਉਹਦਾ ਫਲ ਕੀ ਭੋਗੇਗਾ। ਭਾਹੇ ਨਾਮ ਹੈ ਅਗਨੀ ਦਾ। ਜਿਹੜੇ ਮਾਤਾ ਦੇ ਗਰਭ ਦੀ ਉਦਰ ਦੀ ਅਗਨੀ ਹੈ, ਉਹਦੇ ਅੰਦਰ ਸੰਜੋਇਓ ਦਾ ਅਰਥ ਮਿਲ ਰਿਹਾ ਹੈ। ਰੇ ਹੇ ਭਾਈ, ਪਰਮਾਤਮਾ ਨੂੰ ਭੁੱਲ ਕੇ ਪਦਾਰਥਾਂ ਵਿੱਚ ਦਾਤਾਂ ਵਿੱਚ ਪ੍ਰੇਮ ਲੱਗਣ ਕਰਕੇ, ਲੁਭਾਏ ਮਾਨ ਹੋਣ ਕਰਕੇ ਮਾਤਾ ਦੀ ਜਿਹੜੀ ਪੇਟ ਦੀ ਜਠਰਾਗਨ ਅਗਨੀ ਹੈ ਉਹਦੇ ਵਿੱਚ ਹੀ ਮਿਲਣਾ ਪੈਂਦਾ। ਬਾਰ-ਬਾਰ ਮਾਤਾ ਦੇ ਗਰਭ ਵਿੱਚ ਜਾਣਾ ਪਵੇਗਾ। ਸੋਣ ਮਨ ਸੀਖ ਸਾਧੂ ਜਨ ਸਗਲੋ। ਬੜੇ ਪਿਆਰ ਨਾਲ ਸਾਨੂੰ ਸਤਿਗੁਰੂ ਜੀ ਸਿੱਖਿਆ ਦਿੰਦੇ ਪਏ ਨੇ, ਸੁਣ ਮਨ ਸੀਖ ਸਾਧੂ ਜਨ ਸਗਲੋ। ਜਿੰਨੇ ਵੀ ਸਾਧੂ ਸਾਧਨਾ ਕਰਨ ਵਾਲੇ, ਜਿਨ੍ਹਾਂ ਨੇ ਮਨ ਨੂੰ ਸਾਧ ਲਿਆ ਹੈ, ਥੰਮੈ ਕੋਈ ਨਾ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋਆ। ਸਾਧ ਨਾਮ ਨਿਰਮਲ ਤਾਂ ਕਿ ਕਰਮ ਉਜਲੇ। ਕਰਮਾਂ ਨੂੰ ਕਰਨ ਵਾਲੇ ਜਿਹੜੇ ਗੁਰੂ ਦੇ ਪਿਆਰੇ ਨੇ, ਜਿਨ੍ਹਾਂ ਨੂੰ ਇੱਕ ਆਸਰਾ ਗੁਰਬਾਣੀ ਦੇ ਉੱਪਰ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਮੰਨਦੇ। ਇੰਨੀ ਭਾਵਨਾ ਵਾਲੇ ਜਿਹੜੇ ਸਾਧੂ ਹਨ, ਜਨ ਪਿਆਰੇ ਨੇ ਪਰਮਾਤਮਾ ਦੇ, ਸਗਲੋਂ ਸਾਰੇ ਹੀ ਸਿਮਰਨ ਕਰਨ ਵਾਲੇ। ਹਰ ਕਿਸੇ ਧਰਮ ਦੇ ਵਿੱਚ ਪਿਆਰਾ ਮਿਲਦਾ ਹੈ। ਹਰ ਕਿਸੇ ਕੌਮ ਦੇ ਅੰਦਰ ਰੱਬ ਦਾ ਪਿਆਰਾ ਪਰਮਾਤਮਾ ਨੇ ਰੱਖਿਆ ਹੋਇਆ। ਸਾਰੀਆਂ ਕੌਮਾਂ, ਸਾਰੇ ਧਰਮ ਕਦੇ ਮਾੜੇ ਨਹੀਂ ਹੋਇਆ ਕਰਦੇ। ਕਿਸੇ ਵਿੱਚ ਇੱਕ ਹੋਵੇਗਾ, ਕਿਸੇ ਵਿੱਚ 5-10 ਹੋ ਸਕਦੇ ਸਿਮਰਨ ਕਰਨ ਵਾਲੇ। ਉਹ ਸਾਰੇ ਕਿਸੇ ਧਰਮ ਵਾਲਾ ਹੋਵੇ, ਰੱਬ ਦਾ ਪਿਆਰਾ ਹੋਵੇ, ਅੱਲਾਹ ਤਾਲਾ ਦੀ, ਪਰਮੇਸ਼ਰ ਵਾਹਿਗੁਰੂ ਖੁਦਾ ਦੀ, ਰਾਮ ਦੀ ਬੰਦਗੀ ਕਰਨ ਵਾਲਾ ਕਿਤੇ ਮਿਲ ਜਾਵੇ, ਉਹਦੀ ਫਿਰ ਜਿਹੜੀ ਸੀਖ ਸਿੱਖਿਆ ਹੈ ਮਨ ਦੇ ਕੇ ਸੁਣਿਆ ਕਰ। ਆਟੋਮੈਟਿਕ ਹੀ ਪਤਾ ਲੱਗ ਜਾਂਦਾ ਰੰਗਿਆਂ ਹੋਇਆਂ ਦੀ ਸੰਗਤ ਦਾ, ਤੇ ਜਿਨ੍ਹਾਂ ਦੇ ਅੰਦਰ ਕਿਸੇ ਧਰਮ ਦੇ ਪ੍ਰਤੀ ਨਫ਼ਰਤ ਹੀ ਨਹੀਂ ਹੁੰਦੀ ਹੈ। ਉਹ ਕਹਿੰਦੇ ਨੇ ਸਾਰਿਆਂ ਅੰਦਰ ਜੋਤ ਇੱਕ ਪਰਮਾਤਮਾ ਵਾਹਿਗੁਰੂ ਦੀ ਹੈ। ਅਸੀਂ ਤੇ ਭੁਲੇਖਿਆਂ ਵਿੱਚ ਪਾ ਕੇ, ਧਰਮਾਂ ਦੀਆਂ ਵੰਡੀਆਂ ਵਿੱਚ ਪਾ ਕੇ ਲੋਕ ਵੰਡ ਕੇ ਰੱਖ ਦਿੱਤੇ ਨੇ।
ਗੁਰਬਾਣੀ ਤੇ ਕਹਿੰਦੀ ਪਈ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਜਾਂ ਫਿਰ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਤੇ ਜਾਂ ਫਿਰ ਅਸੀਂ ਅਣਗਹਿਲੀ ਵਰਤ ਜਾਂਦੇ। ਦੂਜਿਆਂ ਦੇ ਧਰਮ ਨੂੰ ਨੀਵਾਂ ਦਿਖਾਉਣਾ, ਆਪਣੇ ਧਰਮ ਨੂੰ ਉੱਚਾ ਕਰਨਾ ਹੀ ਤਾਂ ਔਰੰਗਜ਼ੇਬ ਵੀ ਕਰਦਾ ਸੀ। ਸਾਡੇ ਵਿੱਚ ਤੇ ਔਰੰਗੇ ਅੰਦਰ ਕੀ ਫਰਕ ਰਹਿ ਗਿਆ? ਗੁਰਬਾਣੀ ਜਿਹੜੀ ਹੈ ਅਕਾਲ ਪੁਰਖ ਪਰਮਾਤਮਾ ਦੀ ਧੁਰ ਕੀ ਬਾਣੀ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰਬਾਣੀ ਸਿਖਾਉਂਦੀ। ਗੁਰਬਾਣੀ ਸਿਮਰਨ ਕਰਨ ਦੀ ਪ੍ਰੇਰਨਾ ਇੱਕ ਇੱਕ ਪੰਕਤੀ ਵਿੱਚ ਦਿੰਦੀ ਹੈ। ਜਦੋਂ ਕੋਈ ਸਿਮਰਨ ਕਰਨ ਲੱਗ ਜਾਂਦਾ ਤੇ ਉਹਦੇ ਅੰਦਰ ਨਫ਼ਰਤ ਸਾਧ ਸੰਗਤ ਜੀ ਖੰਭ ਲਾ ਕੇ ਉੱਡ ਜਾਂਦੀ ਹੈ। ਜਿੱਥੇ ਗੁਰਬਾਣੀ ਪੜ੍ਹੀ ਨਹੀਂ, ਕੋਈ ਸਿਮਰਨ ਨਹੀਂ ਕੀਤਾ, ਅਭਿਆਸ ਨਾ ਕੀਤਾ ਨਾਮ ਦਾ, ਤੇ ਉੱਥੇ ਫਿਰ ਨਫ਼ਰਤ ਸਾਡੇ ਅੰਦਰ ਪੈਦਾ ਹੋਈ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਜਿੰਨੇ ਵੀ ਸਾਧੂ ਬੰਦਗੀ ਕਰਨ ਵਾਲੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਸੀਖ ਸਿੱਖਿਆ ਨੂੰ ਮਨ ਦੇ ਕੇ ਧਿਆਨ ਦੇ ਨਾਲ ਸੁਣਿਆ ਕਰ। ਥਾਰੀ ਸਗਲੀ ਪ੍ਰਾਸ਼ਤ ਮਿਟਿਓ ਰੇ। ਥਾਰੇ ਦਾ ਅਰਥ ਹੈ ਤੇਰੇ, ਸਗਲੇ ਦਾ ਅਰਥ ਹੈ ਸਾਰੇ, ਪ੍ਰਾਸ਼ਤ ਦਾ ਅਰਥ ਹੁੰਦਾ ਜਿਹੜੇ ਕੋਈ ਪਾਪ ਕਰਮ ਕੀਤੇ ਹੋਏ ਨੇ ਉਹਨਾਂ ਨੂੰ ਮੇਟਣ ਵਾਸਤੇ ਜਿਹੜੇ ਕਰਮ ਬੰਦਾ ਕਰਦਾ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਕੋਈ ਕਰਮ ਇਸ ਤਰ੍ਹਾਂ ਦਾ ਜ਼ਿੰਦਗੀ ਵਿੱਚ ਹੋ ਗਿਆ ਤੇ ਪੰਜ ਪਿਆਰੀਆਂ ਨੇ ਕਹਿ ਦਿੱਤਾ 40 ਦਿਨ ਤੂੰ ਸੇਵਾ ਕਰਨੀ ਹੈ। ਜਿਹੜੀ ਉਹ ਸੇਵਾ 40 ਦਿਨ ਕਰਨੀ ਉਹ ਪ੍ਰਾਸ਼ਚਿਤ ਕਰਮ ਬਣ ਜਾਂਦਾ, ਕੀਤੇ ਪਾਪ ਨੂੰ ਕੱਟਣ ਦੀ ਨਿਵਰਤੀ ਵਾਸਤੇ ਜੋ ਕਰਨਾ। ਕੋਈ ਸਹਿਜ ਪਾਠ ਕਰਦਾ, ਕੋਈ ਜਪਜੀ ਦੇ ਪਾਠ ਕਰਦਾ, ਕੋਈ ਅਖੰਡ ਪਾਠ ਕਰਦਾ ਕਰਵਾਉਂਦਾ ਹੈ, ਇਹ ਪ੍ਰਾਸ਼ਚਿਤ ਕਰਮ ਹੋ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਦੋਂ ਕਿਤੇ ਰੱਬ ਦੇ ਪਿਆਰਿਆਂ ਦੇ ਬੋਲ ਸੁਣ ਲਵੇਂ ਕਮਾਈ ਵਾਲਿਆਂ ਦੇ, ਤੇਰੇ ਸਗਰੇ ਜਿੰਨੇ ਵੀ ਸਾਰੇ ਤੇਰੇ ਪ੍ਰਾਸ਼ਚਿਤ ਪਾਪ ਕਰਮ ਨੇ ਮੇਟਿਓ ਰੇ। ਹੇ ਭਾਈ ਉਹ ਮਿਟ ਜਾਣਗੇ, ਕੱਟੇ ਜਾਣਗੇ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ। ਜਿਨ੍ਹਾਂ ਨੇ ਮਹਾਰਾਜ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਗਾਠੜਿਓ ਕਹੀਏ। ਗਠੜੀ ਕੀ ਹੈ? ਭਗਤੀ ਦੀ ਗਠੜੀ। ਲਹਿਣੋ ਲੈਣਾ ਕੀਤੀ, ਪ੍ਰਾਪਤ ਕੀਤੀ ਹੈ। ਇਹ ਭਗਤੀ ਦੀ ਗਠੜੀ ਪਰਮਾਤਮਾ ਵਾਹਿਗੁਰੂ ਜੀ ਦੀ, ਇਹ ਮਿਲਦੀ ਕਿੱਥੋਂ? ਇਹ ਪੂਰੇ ਗੁਰਾਂ ਦੇ ਕੋਲੋਂ ਮਿਲੇਗੀ। ਗੁਰੂ ਵਾਲਾ ਬਣਿਆ ਕਦੋਂ ਜਾਣਾ? ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਕੋਲੋਂ ਛਕ ਲਵੇਂਗਾ। ਤੈਨੂੰ ਮੂਲ ਮੰਤਰ ਤੇ ਗੁਰ ਮੰਤਰ ਉਹ ਦੇਣਗੇ ਜਪਣ ਵਾਸਤੇ। ਫਿਰ ਉਹਨੂੰ ਜਪ ਕਰਕੇ ਸਾਧ ਸੰਗਤ ਜੀ ਇਸ ਤਰ੍ਹਾਂ ਮਰਜ਼ਾਦਾ ਤੇ ਚੱਲ ਕਰਕੇ ਪਰਮਾਤਮਾ ਦੇ ਪਾਸੋਂ ਭਗਤੀ ਰੂਪੀ ਜਿਹੜੀ ਗਠੜੀ ਨੂੰ ਜੀਵ ਪ੍ਰਾਪਤ ਕਰ ਲੈਂਦਾ ਹੈ। ਜਨ ਨਾਨਕ ਗਰਭਾਸ ਨਾ ਪਾਉੜਿਓ ਰੇ। ਜਿਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਰੂਪੀ ਗਠੜੀ ਪ੍ਰਾਪਤ ਹੋ ਜਾਂਦੀ, ਉਹ ਫਿਰ ਇਸ ਤਰ੍ਹਾਂ ਆ ਕਰਕੇ ਗਰਭਾਸ ਨਾਮ ਗਰਭ ਦੇ ਅੰਦਰ ਨਾ ਪੌੜਿਓ ਰੇ ਨਹੀਂ ਪੈਂਦੇ ਹਨ। ਹੇ ਭਾਈ ਉਹ ਮਾਤਾ ਦੇ ਉਦਰ ਵਿੱਚ ਜਨਮ ਲੈਣ ਵਾਸਤੇ ਬਾਰ-ਬਾਰ ਨਹੀਂ ਜਾਂਦੇ। ਪੁੱਠੇ ਨਹੀਂ ਲਟਕਣਾ ਪੈਂਦਾ, ਨਹੀਂ ਤੇ ਜੰਮ ਜੰਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਜਿਨ੍ਹਾਂ ਨੂੰ ਪਰਮਾਤਮਾ ਦੀ ਭਗਤੀ ਮਿਲ ਜਾਂਦੀ ਹੈ ਸਾਧ ਸੰਗਤ ਜੀ, ਭਗਤੀ ਵੀ ਇਸਤਰੀ ਹੈ ਤੇ ਮਾਇਆ ਵੀ ਇਸਤਰੀ ਹੈ। ਇਸਤਰੀ ਕਦੇ ਇਸਤਰੀ ਨੂੰ ਆਪਣੇ ਉੱਪਰ ਮੋਹਿਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਜਿਹੜੇ ਗੁਰੂ ਪਿਆਰਿਆਂ ਕੋਲ ਪਰਮਾਤਮਾ ਦੀ ਭਗਤੀ ਰੂਪ ਇਸਤਰੀ ਆ ਜਾਂਦੀ, ਉਹਦੇ ਤੇ ਫਿਰ ਮਾਇਆ ਰੂਪ ਇਸਤਰੀ ਦਾ ਵੱਲ ਨਹੀਂ ਪੈਂਦਾ ਹੈ। ਜੜ ਚੇਤਨ ਮਾਇਆ ਤੋਂ ਭਗਤੀ ਕਰਨ ਵਾਲੇ ਭਗਤ ਬਚਦੇ ਨੇ। ਇਸ ਲਈ ਭਗਤੀ ਦਾ ਬਹੁਤ ਵੱਡਾ ਪ੍ਰਤਾਪ ਹੈ। ਇਹ ਧੰਨ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।